ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਨਿੱਤ ਦਿਹਾੜੇ ਨਵੇਂ ਸਿਆਸੀ ਸਮੀਕਰਨ ਜੁੜ ਰਹੇ ਹਨ, ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਭੀਮ ਆਰਮੀ ਸੈਨਾ ਵਿਚਕਾਰ ਗੱਠਜੋੜ ਤੇ ਮੁਹਰ ਲੱਗੀ। ਇਸ ਮੌਕੇ ਆਜ਼ਾਦ ਸਮਾਜ ਪਾਰਟੀ ਵੀ ਸੰਯੁਕਤ ਅਕਾਲੀ ਦਲ ਨਾਲ ਜੁੜ ਗਈ ਹੈ। ਦੱਸ ਦਈਏ ਕਿ ਅਕਾਲੀ ਦਲ ਸੰਯੁਕਤ ਅਤੇ ਆਰਮੀ ਸੈਨਾ ਵਿਚਕਾਰ ਸਿਆਸੀ ਗੱਠਜੋੜ ਨੂੰ ਲੈ ਕੇ ਸਾਰੀਆਂ ਤੰਦਾਂ ਪਹਿਲਾਂ ਹੀ ਬੁਣੀਆਂ ਜਾ ਚੁੱਕੀਆਂ ਸਨ, ਸਿਰਫ ਐਲਾਨ ਹੋਣਾ ਬਾਕੀ ਸੀ। ਸਤਿਕਾਰਯੋਗ ਸਾਥੀ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਸਰਦਾਰ ਰਣਜੀਤ ਸਿੰਘ ਬਰਪੁਰਾ ਜੀ और चंद्रशेखर आज़ाद समाज पार्टी काशी राम उन्होंने भीम आर्मी बीबी स्वर्ण कौर सरप्रस्त श्री ML तोमर जी प्रभारी पंजाब श्री राजीव कुमार लवली जी प्रधान आज़ाद समाज पार्टी सरदार बूटा सिंह प्रधान श्रोमणी अकाली दल किरती जनाब मकसूद उल हक कौमी सकत्तर इंडियन मुस्लिम लीग और मास्टर अवतार सिंह प्रधान जनता दल सैकुलर और एक मिनट जी सरदार मनविंदर सिंह सूबा प्रधान जनता दल यूनाइटेड और कमर हरवीर सिंह ढींडसा उन्होंने जन सकत्तर ने जनता दल यूनाइटेड दे वो भावें साडे नाल पहलां भी आ चुके हैं पर उन्होंने आए ने मेहरबानी। एक तो सब नूं बेनती है प्रेस वाले वीरां नूं कि ये पार्टियां क्योंकि लोगों की पंजाब के लोगों की एक इच्छा है कि एक ऐसा फ्रंट बने थर्ड फ्रंट ਜਿਹੜੇ ਲੋਕ ਉਹਨਾਂ ਤੋਂ ਤੰਗ ਹੋਏ ਨੇ, ਥਰਡ ਫਰੰਟ ਕਹਿ ਲਓ, ਫੋਰਥ ਫਰੰਟ ਕਹਿ ਲਓ, ਉਹਦੀ ਅੱਜ ਨੀਂਹ ਰੱਖਣ ਲੱਗੇ ਆ, ਜਿਹਦੇ ਵਿੱਚ ਬਾਬੂ ਕਾਸ਼ੀ ਰਾਮ ਜੀ ਦੀ ਭੈਣ ਦੀ ਸਰਪ੍ਰਸਤੀ ਹੈ ਸਾਡੇ ਨਾਲ ਔਰ ਇਹਨਾਂ ਦਾ ਜੋ ਆਜ਼ਾਦ ਗਰੁੱਪ ਹੈ ਜਿਨ੍ਹਾਂ ਨੇ ਬਹੁਤ ਵੱਡਾ ਚੈਲੰਜ ਯੂਪੀ 'ਚ ਵੀ ਮਾਇਆਵਤੀ ਜੀ ਨੂੰ ਕੀਤਾ ਔਰ ਅੱਜ ਸਾਡੇ ਨਾਲ ਲੜ ਕੇ ਇਹਨਾਂ ਦੀ ਭੀਮ ਆਰਮੀ ਹੈ ਦੂਸਰੇ ਨੇ। ਸਾਬਕਾ ਮੰਤਰੀ ਵਿਕਰਮ ਮਜੀਠੀਆ ਨੇ ਇੱਕ ਵਾਰ ਫਿਰ ਤੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਿਆਸੀ ਪੁਸ਼ਤਪਨਾਹੀ ਕਰਨ ਦੇ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਅਕਾਲੀ ਸਰਕਾਰ ਨੇ ਛਿੱਤਰ ਫੇਰ ਕੇ ਜਿਨ੍ਹਾਂ ਗੈਂਗਸਟਰਾਂ ਨੂੰ ਜੇਲ੍ਹ ਵਿੱਚ ਸੁੱਟਿਆ ਸੀ ਉਹ ਕਾਂਗਰਸ ਦੀ ਸਰਪ੍ਰਸਤੀ ਹੇਠ ਜੁਰਮ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇੱਕ ਵਾਰੀ ਨਹੀਂ ਅਨੇਕਾਂ ਵਾਰੀ ਜਿਸ ਗੱਲ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਦੇ ਅੰਦਰ ਵੀ ਵਿਧਾਨ ਸਭਾ ਦੇ ਬਾਹਰ ਵੀ ਜਿਸ ਗੱਲ ਨੂੰ ਹਾਈਲਾਈਟ ਕੀਤਾ ਅੱਜ ਉਸ ਨੂੰ ਫੇਰ ਪੁਖਤਾ ਸਬੂਤਾਂ ਨਾਲ ਤੁਹਾਡੇ ਅੱਗੇ ਫੇਰ ਲੈ ਕੇ ਆਏ ਹਾਂ। ਮਿਨਿਸਟਰ, ਗੈਂਗਸਟਰ, ਪੁਲਿਸ, ਜੇਲ੍ਹ ਦਾ ਜਿਹੜਾ ਨੈਕਸਸ ਹੈ ਇਹ ਆਵਾਜ਼ ਪਹਿਲਾਂ ਵੀ ਕਈ ਵਾਰੀ ਬੁਲੰਦ ਹੋਈ ਆ ਔਰ ਇੱਕ ਗੈਂਗਸਟਰ ਪੰਜਾਬ ਦਾ ਇਹ ਜਿਹਾ ਹੈ ਜਿਹਨੂੰ ਪ੍ਰੋਟੈਕਸ਼ਨ ਜੱਗੂ ਭਗਵਾਨਪੁਰੀਏ ਨੂੰ ਹੋਰ ਕੋਈ ਨਹੀਂ, ਪੰਜਾਬ ਦੇ ਕੈਬਨਿਟ ਦੇ ਮਿਨਿਸਟਰ ਸੁਖੀ ਰੰਧਾਵਾ ਤੇ ਹੋਰ ਮੰਤਰੀ ਉਹਨੂੰ ਦੇ ਰਹੇ ਆ ਔਰ ਉਹ ਕਿਵੇਂ ਉਹਨਾਂ ਦਾ ਕਾਰੋਬਾਰ ਜੇਲ੍ਹ ਚੋਂ ਕਿੱਡੇ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਅੱਜ ਉਸ ਗੱਲ ਦਾ ਵੀ ਤੁਹਾਡੇ ਅੱਗੇ ਪਰਦਾ ਫਾਸ਼ ਹੋਣਾ ਕਿ ਬਹੁਤ ਵੱਡੀ ਗਿਣਤੀ 'ਚ ਜਦੋਂ ਦੇ ਪਿਛਲੇ ਸਮੇਂ 'ਚ ਜਿਹੜਾ KD ਹਸਪਤਾਲ 'ਚ ਦਿਨ ਦਿਹਾੜੇ ਬਰੌਡ ਡੇ ਲਾਈਟ 'ਚ ਵੇਖੋ ਦਲੇਰੀ ਦਾ ਕੰਮ ਹੈ, ਇਕੱਲੀ ਦਲੇਰੀ ਨਹੀਂ ਕਿੱਡੀ ਵੱਡੀ ਮੈਂ ਕਹਿ ਸਕਦਾ ਕਿ ਮਿਲੀ ਭੁਗਤ ਦਾ ਵੀ ਕੰਮ ਹੈ। KD ਹਸਪਤਾਲ ਜਿੱਥੇ ਐਟ ਏ ਟਾਈਮ ਵੀ 500 ਤੋਂ 800 ਮਰੀਜ਼, ਅਟੈਂਡੈਂਟ, ਡਾਕਟਰ ਸਾਰਾ ਕੁਝ ਜੇ ਮਿਲਾ ਲਓ ਤੇ ਇੰਨਾ ਕੁ ਬੰਦਾ ਉੱਥੇ ਐਟ ਏ ਟਾਈਮ ਹੁੰਦਾ ਔਰ ਉੱਥੇ ਦੂਜੀ ਤੀਜੀ ਫਲੋਰ ਤੇ ਜਾ ਕੇ ਬੇਖੌਫ ਹੋ ਕੇ ਇਹ ਜਦੋਂ ਸਰਪ੍ਰਸਤੀ ਹੋਵੇ ਫਿਰ ਇਸ ਤਰ੍ਹਾਂ ਬੇਖੌਫ ਹੋ ਕੇ ਕੋਈ ਗੈਂਗਸਟਰ ਆਪਦੇ ਕੰਮ ਨੂੰ ਅੰਜਾਮ ਦੇ ਸਕਦਾ। ਔਰ ਕਮਾਲ ਦੀ ਗੱਲ ਤਾਂ ਇਹ ਹੈ
कि 15 अगस्त वाला दिन जिहड़ा बड़े चढ़िया आउंदा थोड़े दिन बाद सारे देश 'ਚ बड़े सत्कार नाल 15 अगस्त आपां मनाउने आ, शहीदां नूं सत्कार दिंदे आ, उन्हां नूं याद करदे आ। और ਲੋਕ ਸਭਾ ਮੌਨਸੂਨ ਇਜਲਾਸ ਤਾਂ ਖਤਮ ਹੋ ਗਿਆ, ਪਰ ਇਜਲਾਸ ਦੌਰਾਨ ਚੁੱਕੇ ਮੁੱਦਿਆਂ ਨੂੰ ਲੈ ਕੇ ਇੱਕ ਧਿਰ ਦੂਜੀ ਧਿਰ ਨੂੰ ਘੇਰ ਰਹੀ ਹੈ, ਜਿਸ ਤੇ ਹਰਸਿਮਰਤ ਕੌਰ ਬਾਦਲ ਨੇ ਵੀ ਕਾਂਗਰਸ ਨੂੰ ਧਰ ਦਬੋਚਿਆ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਭਾਜਪਾ ਨਾਲ ਰਲੀ ਹੋਈ ਹੈ, ਇਸੇ ਕਾਰਨ ਉਸਨੇ ਸੰਸਦ ਵਿੱਚ ਕਿਸਾਨਾਂ ਦੀ ਆਵਾਜ਼ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਸੰਸਦ ਦੇ ਬਾਹਰ ਕਾਂਗਰਸ ਝੂਠੇ ਰੋਸ ਵਿਖਾਵੇ ਕਰ ਰਹੀ ਹੈ। ਕਾਂਗਰਸ ਦੀ ਤੇ ਭਾਜਪਾ ਦੀ ਜੁਗਲਬੰਦੀ ਸਾਹਮਣੇ ਦੇਖਣ ਨੂੰ ਆਏ। ਭਾਵੇਂ ਸ਼ੁਰੂਆਤ 'ਚ ਸਮਝ ਨਹੀਂ ਆਈ ਗੱਲ, ਲੇਕਿਨ ਅਖੀਰ 'ਚ ਅੱਜ ਜਦ ਇਹ ਸਤਰ ਖਤਮ ਹੋਇਆ, ਸਾਫ਼ ਤਰੀਕੇ ਦੇ ਨਾਲ ਬਿਲਕੁਲ ਕਲੀਅਰ ਹੋ ਗਈ ਹੈ ਕਿਵੇਂ ਕਾਂਗਰਸ ਨੇ ਬਾਹਰ ਕਿਸਾਨਾਂ ਦੀ ਗੱਲ ਕੀਤੀ ਤੇ ਅੰਦਰ ਜਾ ਕੇ ਜਿਹੜੀ ਸਭ ਤੋਂ ਵੱਡੀ ਪਾਰਟੀ, ਜ਼ੋਰ ਤਾਂ ਉਹਨਾਂ ਦਾ ਹੀ ਚੱਲਦਾ ਹੈਗਾ ਨਾ ਜੀ, ਕਾਂਗਰਸ ਤੇ ਉਹਨਾਂ ਦੀ ਅਲਾਈਅੰਸ ਪਾਰਟਨਰਸ ਜਿਹਨੇ ਸਭ ਤੋਂ ਵੱਡੇ ਨੰਬਰ ਲੋਕ ਸਭਾ ਜਾਂ ਰਾਜ ਸਭਾ 'ਚ ਉਹਨਾਂ ਦੇ ਹੀ ਹੈਗੇ, ਅੰਦਰ ਜਾ ਕੇ ਇੱਕ ਦਿਨ ਵੀ ਕਿਸਾਨਾਂ ਦੀ ਗੱਲ ਨਹੀਂ, ਬਲਕਿ ਰੋਜ਼ ਪਲੈਕਾਰਡ ਪੈਗਾਸਸ ਜਾਸੂਸੀ ਦੇ, ਰੋਜ਼ ਨਾਰੇ ਜਾਸੂਸੀ ਦੇ, 3.5 ਹਫ਼ਤੇ ਹਾਊਸ ਨੂੰ ਚੱਲਣ ਨਹੀਂ ਦਿੱਤਾ ਜਾਸੂਸੀ ਦੇ ਮੁੱਦੇ 'ਚ। ਤੇ ਬਾਹਰ ਕਦੇ ਟਰੈਕਟਰ 'ਚ ਚੜ ਕੇ, ਕਦੇ ਕਿਸਾਨ ਦੇ ਸੰਸਦ ਵਿੱਚ ਜਾ ਕੇ। ਮੈਨੂੰ ਹੈਰਾਨੀ ਇਸ ਗੱਲ ਦੀ ਕਿ ਕਿਸਾਨ ਦੇ ਮੁੱਦੇ 'ਚ 3.5 ਹਫ਼ਤਿਆਂ 'ਚ ਕਿੰਨੇ ਦਿਨ ਸੀ ਕਿ ਤੁਸੀਂ ਦੇਖੇ ਕਿ 52 MPs ਹੈਗੇ ਕਾਂਗਰਸ ਪਾਰਟੀ ਦੇ। ਮੈਂ ਤਾਂ ਕਦੇ ਕਿਸੇ ਦਿਨ 8 ਕਾਂਗਰਸ ਪੰਜਾਬ ਦੇ ਇਕੱਠੇ ਨਹੀਂ ਦੇਖੇ। ਇਹ ਛੱਡੋ ਕਿ ਆਪਣੀ ਸਾਰੀ ਪਾਰਟੀ ਨੂੰ ਇਕੱਠੇ ਹੋ ਕੇ ਬਾਹਰ ਖੜੇ ਹੋ ਕੇ ਜਾਸੂਸੀ ਦੇ ਨਾਰੇ ਤਾਂ ਕਈ ਵਾਰੀ ਲਾਏ, ਲੇਕਿਨ ਕਿਸਾਨ ਦੇ ਨਾਰੇ ਕਿੰਨੇ ਵਾਰੀ ਲਾਏ। ਸੋ ਇਹ ਜੁਗਲਬੰਦੀ ਕਿ ਜਿਵੇਂ ਇਹਨਾਂ ਨੇ ਜਦ ਇਹ ਬਿੱਲ ਪਾਸ ਕਰਾਣੇ ਸੀ, ਉਸ ਟਾਈਮ ਵੀ ਰਾਹੁਲ ਗਾਂਧੀ ਵਿਦੇਸ਼ ਦੇ ਸੈਰ ਸਪਾਟਿਆਂ ਵਾਸਤੇ ਨਿਕਲ ਗਏ ਤੇ ਆਪਣੀ ਪਾਰਟੀ ਨੂੰ ਵਾਕਆਊਟ ਕਰਾਤਾ। ਰਾਜ ਸਭਾ ਜੇ ਜਦ ਆਇਆ ਤੇ ਉੱਥੇ ਐਬਸੈਂਟ ਕਰਾਤਾ ਤੇ ਸਰਕਾਰ ਦੀ ਮਦਦ ਕਰਕੇ ਇਹ ਬਿੱਲ ਪਾਸ ਕਰਾਤੇ। ਤੇ ਜਦ ਇਹ ਸਤਰ 'ਚ ਤੁਸੀਂ ਆਪ ਦੇਖ ਲਿਆ ਕਿ ਜਦ ਸੱਤਾਧਾਰੀ ਦੇ ਨਾਲ ਰਲ ਮਿਲ ਕੇ ਕੋਈ ਬਿੱਲ ਪਾਸ ਕਰਾਉਣਾ ਹੁੰਦਾ ਹੈ, ਫਿਰ ਕੱਲ ਬਹੁਤ ਵਧੀਆ ਤਰੀਕੇ ਨਾਲ ਪੂਰਾ ਹਾਊਸ ਚੱਲ ਗਿਆ, ਸਾਰੇ ਜਣੇ ਚੁੱਪ ਕਰਕੇ ਬਹਿ ਗਏ। OBC ਦਾ ਬਿੱਲ ਆਇਆ, ਦੋਨਾਂ ਪਾਰਟੀਆਂ ਨੇ ਸਮਝੌਤਾ ਕਰਕੇ ਬਿੱਲ ਪਾਸ ਹੋ ਗਿਆ। ਜੇ ਤੁਸੀਂ ਸਮਝੌਤਾ ਕਰਨਾ ਸੀ, ਵਧੀਆ ਤੁਸੀਂ OBC ਦੇ ਬਿੱਲ ਪਾਸ ਕਰਾਤਾ, ਬੜੀ ਚੰਗੀ ਗੱਲ ਹੈ, ਅਸੀਂ ਸਪੋਰਟ ਕੀਤੀ। ਲੇਕਿਨ ਕੀ ਤੁਸੀਂ ਉੱਥੇ ਸ਼ਰਤ ਨਹੀਂ ਲਾ ਸਕਦੇ ਕਿ OBC ਦਾ ਬਿੱਲ ਤਾਂ ਪਾਸ ਹੁੰਦਾ ਜੇ ਪਹਿਲੇ ਕਿਸਾਨਾਂ ਦੇ ਕਾਨੂੰਨ ਰੱਦ ਕਰਨ ਦੇ ਮੁੱਦੇ ਤੇ ਚਰਚਾ ਹੁੰਦੀ ਤੇ ਕਿਸਾਨਾਂ ਦੀ ਮੌਤਾਂ ਰੋਕੀਆਂ ਜਾਂਦੀਆਂ। ਤੇ ਉਧਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸੰਸਦ ਅੰਦਰ ਲੋਕਤੰਤਰ ਦਾ ਕਤਲ ਕੀਤੇ ਜਾਣ ਦਾ ਵੱਡਾ ਬਿਆਨ ਦਿੱਤਾ ਹੈ। ਨਾਲ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਿਸਾਨ ਵਿਰੋਧੀ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਕਰੀਬ 15 ਵਿਰੋਧੀ ਧਿਰਾਂ ਦੇ ਆਗੂਆਂ ਨੇ ਸੰਸਦ ਭਵਨ ਤੋਂ ਵਿਜੇ ਚੌਂਕ ਵੱਲ ਮਾਰਚ ਕੀਤਾ। The parliament session is over, and frankly, as far as 60% of the country is concerned, there has been no parliament session, because the voice of 60% of this country has been crushed, humiliated, and yesterday in the Rajya Sabha physically beaten. We raised the issue of Pegasus. We asked the government to debate Pegasus. The government refuses to debate Pegasus. We raised the issue of farmers outside Parliament because we cannot raise it inside Parliament. We raised the issue of price rise outside Parliament because we could not raise it inside Parliament. And today we have come here to speak to you because we are not allowed to speak inside Parliament. This is nothing short of the murder of the democracy of this country. आप सरकार के स्पोक्समैन हैं क्या? सरकार ने आपको ये बोलने को कहा है? मैं पूछ रहा हूँ, आप सरकार के स्पोक्समैन हो क्या? आप सरकार के लिए काम करते हो क्या? मीडिया का आदमी हो? नहीं, आप मीडिया के आदमी नहीं हो, आप सरकार के आदमी हो। क्योंकि मीडिया की सच्चाई मैं बताता हूँ। आप बताने दीजिए, आप बताने दीजिए, आप बताने दीजिए। पहली बार राज्यसभा में सांसदों की पिटाई की गई है। बाहर से लोगों को बुलाकर नीली वर्दी में डालकर सांसदों को धक्का मुक्की मारपीट की गई। और आप ये सवाल पूछ रहे हो कि स्पीकर को दुख हो रहा है।
वाइस चेयरमैन चेयरमैन को दुख हो रहा है। चेयरमैन की क्या जिम्मेदारी है? चेयरमैन की जिम्मेदारी हाउस को चलाने की है। चेयरमैन ने हाउस को पिछले दिनों में क्यों नहीं चलाया? स्पीकर ने क्यों नहीं चलाया? जो विपक्ष के दिल में बात है वो हम क्यों नहीं रख सकते हैं? ਬੇਅਦਬੀ ਮਾਮਲੇ ਵਿੱਚ ਵਾਅਦਾ ਕਰਕੇ ਪੂਰਾ ਨਾ ਕਰਨ ਦੇ ਦੋਸ਼ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਦੇ 2 ਮੰਤਰੀਆਂ ਅਤੇ 3 ਵਿਧਾਇਕਾਂ ਖਿਲਾਫ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ 20 ਅਗਸਤ ਨੂੰ ਹੁਕਮਨਾਮਾ ਜਾਰੀ ਕੀਤਾ ਜਾਵੇਗਾ। ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਇਹਨਾਂ ਨੂੰ ਅੱਜ 11 ਅਗਸਤ ਨੂੰ ਆਪਣਾ ਸਪਸ਼ਟੀਕਰਨ ਦੇਣ ਲਈ ਦੂਜਾ ਮੌਕਾ ਦਿੱਤਾ ਗਿਆ ਸੀ, ਪਰ ਉਹ ਅੱਜ ਵੀ ਇੱਥੇ ਹਾਜ਼ਰ ਨਹੀਂ ਹੋਏ ਹਨ ਅਤੇ ਨਾ ਹੀ ਕੋਈ ਸਪਸ਼ਟੀਕਰਨ ਦਿੱਤਾ ਹੈ। ਜਿਹੜੀ ਸਰਕਾਰ ਦੀ 2 ਮੰਤਰੀ ਤੇ 3 ਐਮਐਲਏ ਦੀ ਟੀਮ ਬਰਗਾੜੀ ਸੰਗਤਾਂ ਨੂੰ ਗੁਰੂ ਦੀ ਹਾਜ਼ਰੀ ਵਿੱਚ ਵਿਸ਼ਵਾਸ ਦਿਵਾ ਕੇ ਆਈ ਸੀ ਤੇ ਮੋਰਚਾ ਮੁਲਤਵੀ ਕੀਤਾ ਸੀ, ਉਹਨਾਂ ਨੂੰ ਅਸੀਂ ਅੱਜ ਤੀਜੀ ਤਰੀਕ ਆ ਲਗਾਤਾਰ ਅਸੀਂ ਉਹਨਾਂ ਨੂੰ ਬੁਲਾ ਰਹੇ ਹਾਂ, ਉਹ ਨਹੀਂ ਆ ਰਹੇ। ਹੁਣ ਆਖਰੀ ਜਿਹੜਾ ਮੌਕਾ ਹੈ ਉਹ 20 ਅਗਸਤ ਨੂੰ ਜਿਹੜਾ ਫੈਸਲਾ ਉਹ ਹੋਊਗਾ। ਉਸ ਤੋਂ ਪਹਿਲਾਂ 17 ਅਗਸਤ ਨੂੰ ਗੁਰਦੁਆਰਾ ਹਾਜੀ ਰਤਨ ਬਠਿੰਡੇ ਅਸੀਂ ਪੰਥ ਦੀ ਨੁਮਾਇੰਦਾ ਜਿਹੜੀ ਮੀਟਿੰਗ ਆ ਉਹ ਬੁਲਾ ਰਹੇ। ਉਹਦੇ ਵਿੱਚ ਅਸੀਂ ਵਿਚਾਰਾਂਗੇ ਕਿ ਹੁਣ ਇੱਥੇ ਪੰਥ ਕੀ ਕਰੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਦੇ ਵਿਰੁੱਧ ਕੀ ਕਾਰਵਾਈ ਹੋਵੇ। ਰੰਧਾਵਾ ਕੈਬਨਿਟ ਮੰਤਰੀ ਨੇ, ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਹ ਵੀ ਕੈਬਨਿਟ ਮੰਤਰੀ ਨੇ, ਸਰਦਾਰ ਕੁਲਬੀਰ ਸਿੰਘ ਜੀਰਾ ਐਮਐਲਏ ਨੇ ਜੀਰੇ ਤੋਂ, ਸਰਦਾਰ ਹਰਮਿੰਦਰ ਸਿੰਘ ਗਿੱਲ ਪੱਟੀ ਤੋਂ ਐਮਐਲਏ ਨੇ, ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਇਹ ਫਰੀਦਕੋਟ ਤੋਂ ਐਮਐਲਏ ਨੇ। ਸਮੇਂ ਤੋਂ ਪਹਿਲਾਂ ਕੁਝ ਨਹੀਂ ਕਿਹਾ ਜਾਂਦਾ, ਅਸੀਂ ਸਟੈਪ ਬਾਈ ਸਟੈਪ ਚੱਲ ਰਹੇ ਹਾਂ। ਸਮਾਂ ਹੁਣ ਦੇ ਹਰ ਬੰਦੇ ਨੇ, ਹਰ ਪਾਰਟੀ ਨੇ, ਭਾਵੇਂ ਉਹ ਰਾਜ ਕਰਦੀ ਸੀ ਜਾਂ ਕੋਈ ਸਾਈਡ ਤੇ ਸੀਗੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸਿਆਸਤ ਕੀਤੀ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਖਾਲਸਾ ਪੰਥ ਸਿੱਖ ਕੌਮ ਬੜੀ ਵੱਡੀ ਪਾਵਰ, ਇਹਦੇ ਤੋਂ ਕੋਈ ਵੀ ਨਹੀਂ ਬਚ ਸਕਦਾ। ਸਜ਼ਾ ਤਾਂ ਭੁਗਤਣੀ ਪਊਗੀ ਭਾਵੇਂ ਕੋਈ ਵੀ ਹੋਵੇ। ਇੱਥੇ ਕੋਈ ਚੀਜ਼ ਆ ਅਗਰ ਸਰਕਾਰ ਹੁੰਦੀ ਤਾਂ ਮਸਲੇ ਹੱਲ ਹੁੰਦੇ, ਕੋਈ ਮਸਲਾ ਹੱਲ ਹੋਇਆ ਹੀ ਨਹੀਂ, ਕੋਸ਼ਿਸ਼ ਨਹੀਂ ਕੀਤੀ, ਸਾਰੇ ਦੋਸ਼ੀਆਂ ਨਾਲ ਰਲੇ ਹੋਏ। ਵਿਦੇਸ਼ਾਂ ਵਿੱਚ ਬੈਠ ਕੇ ਦੇਸ਼ ਭਰ ਦੇ ਲੀਡਰਾਂ ਨੂੰ ਧਮਕੀਆਂ ਦੇਣ ਵਾਲੇ ਗੁਰਪਤਵੰਤ ਸਿੰਘ ਪੰਨੂ ਨੂੰ ਪੰਜਾਬ ਦੇ ਨੌਜਵਾਨਾਂ ਵੱਲੋਂ ਠੋਕਵਾਂ ਜਵਾਬ ਦਿੱਤਾ ਗਿਆ ਹੈ ਅਤੇ ਉਸ ਦੇ ਜੱਦੀ ਪਿੰਡ ਖਾਨਕੋਟ ਅੰਮ੍ਰਿਤਸਰ ਵਿਖੇ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਸਰਪੰਚ ਗਿੱਲ ਨੇ ਕਿਹਾ ਕਿ ਵਿਦੇਸ਼ ਵਿੱਚ ਰਹਿ ਕੇ ਗੁਰਪਤਵੰਤ ਸਿੰਘ ਪੰਨੂ ਭਾਰਤ ਵਿੱਚ ਜੋ ਹਰਕਤਾਂ ਕਰ ਰਿਹਾ ਹੈ ਉਹ ਬੇਹੱਦ ਹੀ ਸ਼ਰਮਨਾਕ ਹਨ ਅਤੇ ਇਸ ਦਾ ਨਤੀਜਾ ਉਸ ਨੂੰ ਜਲਦੀ ਹੀ ਭੁਗਤਣਾ ਪਵੇਗਾ। ਤੁਹਾਡੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਵਾਂ ਕਿ ਜਿਹੜਾ ਇਹ ਖਾਨਕੋਟ ਪਿੰਡ ਆ, ਇਹ ਸਾਡੇ ਦੇਸ਼ ਦੇ ਅੱਤਵਾਦੀ, ਸਾਡੇ ਹਿੰਦੁਸਤਾਨ ਦੇ ਭਗੌੜੇ, ਸਾਡੇ ਨੌਜਵਾਨਾਂ ਨੂੰ ਰੈਫਰੈਂਡਮ 2020 ਦੇ ਨਾਂ ਤੇ ਵਰਗ ਲਾਉਣ ਵਾਲੇ ਉਸ ਅਖੌਤੀ ਮੁਖੀ ਜਿਹੜਾ ਕਿ ਇੱਕ ਬੇਈਮਾਨ ਬੰਦਾ ਤੇ ਆਪਣੀ ਇਨਸਾਨੀਅਤ ਤੋਂ ਗਿਰੀਆਂ ਹੋਈਆਂ ਹਰਕਤਾਂ ਕਰਦਾ ਤੇ ਸਾਡੇ ਆਜ਼ਾਦ ਭਾਰਤ ਦੇ ਵਿੱਚ, ਸਾਡੇ ਆਜ਼ਾਦ ਹਿੰਦੁਸਤਾਨ ਦੇ ਵਿੱਚ ਬੜੀਆਂ ਕੋਝੀਆਂ ਹਰਕਤਾਂ ਕਰਕੇ ਸਾਡੇ ਨੌਜਵਾਨਾਂ ਨੂੰ ਵਰਗਲਾ ਰਿਹਾ। ਇਹ ਖਾਨਕੋਟ ਪਿੰਡ ਆ ਜਿਹੜਾ, ਇਹ ਗੁਰਪਤਵੰਤ ਸਿੰਘ ਪੰਨੂ ਦਾ ਪਿੰਡ ਆ। ਗੁਰਪਤਵੰਤ ਸਿੰਘ ਪੰਨੂ ਰੈਫਰੈਂਡਮ 2020 ਵਾਲੇ ਦਾ। ਹੁਣ ਤੁਹਾਨੂੰ ਮੈਂ ਇਹ ਗੁਰਪਤਵੰਤ ਸਿੰਘ ਪੰਨੂ ਮੈਂ ਤੈਨੂੰ ਸੰਬੋਧਨ ਕਰਨ ਲੱਗਿਆ ਕਿ ਮੈਨੂੰ ਤੇਰੇ ਨਾਮ ਨਾਲ ਸਿੰਘ ਲਫ਼ਜ਼ ਲਾਉਂਦੇ ਹੋਏ ਨੂੰ ਵੀ ਬੜੀ ਸ਼ਰਮ ਮਹਿਸੂਸ ਹੁੰਦੀ ਆ, ਕਿਉਂਕਿ ਸਿੰਘ ਜਿਹੜਾ ਲਫ਼ਜ਼ ਵਾ ਉਹ ਸ਼ੇਰ ਦਾ ਪ੍ਰਤੀਕ ਆ, ਸ਼ੇਰ ਲਈ ਵਰਤਿਆ ਜਾਂਦਾ। ਪਰ ਤੂੰ ਵਿਦੇਸ਼ਾਂ ਵਿੱਚ ਰਹਿ ਕੇ ਪਾਕਿਸਤਾਨ ਦੀ ਸ਼ਹਿ ਤੇ ਉਹਦੀਆਂ ਏਜੰਸੀਆਂ ਦੀ ਸ਼ਹਿ ਦੇ ਉੱਤੇ ਜਿਹੜੇ ਕਾਰਨਾਮੇ, ਘਿਨਾਉਣੀਆਂ ਹਰਕਤਾਂ ਸਾਡੇ ਇੰਡੀਆ ਦੇ ਵਿੱਚ ਕਰ ਰਹੇ ਹਾਂ, ਸਾਡੇ ਪੰਜਾਬ ਦੇ ਵਿੱਚ ਕਰ ਰਹੇ ਹਾਂ, ਉਹ ਬੜੀਆਂ ਸ਼ਰਮਨਾਕ ਨੇ ਤੇ ਇਸ ਦੇ ਲਈ ਇਹਦਾ ਤੈਨੂੰ ਨਤੀਜਾ ਬਹੁਤ ਜਲਦੀ ਭੁਗਤਣਾ ਪਊਗਾ। ਤੈਨੂੰ ਅੱਤਵਾਦੀ ਕਰਾਰ ਦਿੱਤਾ ਗਿਆ ਵਾ। ਤੂੰ ਪਹਿਲਾਂ ਸਾਡੇ ਨੌਜਵਾਨਾਂ ਨੂੰ ਰੈਫਰੈਂਡਮ 2020 ਦਾ ਨਾਅਰਾ ਦਿੱਤਾ, ਉਸ ਤੋਂ ਬਾਅਦ ਕਿਸਾਨੀ ਸੰਘਰਸ਼ ਨੂੰ ਵੀ ਤੂੰ ਗਲਤ ਰੂਪ ਰੇਖਾ ਦਿੱਤੀ ਤੇ ਦਿੱਲੀ ਦੇ ਲਾਲ ਕਿਲੇ ਵਾਲੀ ਘਟਨਾ ਸਾਰਿਆਂ ਨੂੰ ਯਾਦ ਹੋਊਗੀ 26 ਜਨਵਰੀ ਵਾਲੀ। ਹੁਣ ਤੂੰ ਸਾਡੇ ਜਿਹੜਾ ਪੰਜਾਬ ਦੇ, ਯੂਪੀ ਦੇ, ਹਿਮਾਚਲ ਦੇ ਤੇ ਸਾਡੇ ਹਰਿਆਣੇ ਦੇ ਸੀਐਮ ਸਾਹਿਬ ਨੂੰ ਧਮਕੀਆਂ ਦਿੰਨਾ, ਉੱਥੇ ਦੇ ਰਾਜਪਾਲ ਸਾਹਿਬਾਨ ਨੂੰ ਧਮਕੀਆਂ ਦਿੰਨਾ ਕਿ ਜੇ ਤੁਸੀਂ ਤਿਰੰਗਾ ਝੰਡਾ 15 ਅਗਸਤ ਨੂੰ ਫਹਿਰਾਇਆ ਤਾਂ ਉਸ ਦੇ ਨਤੀਜੇ ਭਿਆਨਕ ਨਿਕਲਣਗੇ, ਉਸ ਦੇ ਸਿੱਟੇ ਭੁਗਤਣ ਲਈ ਤਿਆਰ ਰਹੋ। ਗੁਰਪਤਵੰਤ ਸਿੰਘ ਪੰਨੂ, ਮੈਂ ਤੈਨੂੰ ਪਹਿਲਾਂ ਵੀ ਬਹੁਤ ਵਾਰ ਵਾਰਨਿੰਗਾਂ ਦੇ ਚੁੱਕਿਆ, ਅੱਜ ਵੀ ਮੈਂ ਤੇਰੇ ਪਿੰਡ, ਤੇਰੀ ਹਿੱਕ ਦੇ ਉੱਤੇ, ਤੇਰੀ ਜ਼ਮੀਨ ਜਿਹੜੀ ਪਿਛਲੇ ਪਾਸੇ ਤੇਰੀ ਜ਼ਮੀਨ ਹੈ ਸਾਰੀ, ਇਹਦੇ ਉੱਤੇ ਖੜ ਕੇ ਮੈਂ ਤੈਨੂੰ ਇੱਕ ਵਾਰਨਿੰਗ ਦਿੰਦਾ ਕਿ ਮੈਂ ਤੇਰੇ ਪਿੰਡ, ਤੇਰੀ ਜ਼ਮੀਨ ਦੇ ਉੱਤੇ, ਤੇਰੀ ਹਿੱਕ ਦੇ ਉੱਤੇ ਤਿਰੰਗਾ ਝੰਡਾ ਲਹਿਰਾ ਚੁੱਕਿਆ। ਤੇਰੇ 'ਚ ਦਮ ਹੋਇਆ ਤਾਂ 15 ਅਗਸਤ ਨੂੰ ਮੈਂ ਆਪਣੇ ਪਿੰਡ ਵੀ ਤਿਰੰਗਾ ਝੰਡਾ ਲਹਿਰਾਵਾਂਗਾ। ਦੁਬਾਰਾ ਆ ਕੇ ਇਸੇ ਪਿੰਡ, ਤੇਰੀ ਇਸੇ ਜ਼ਮੀਨ ਤੇ ਤਿਰੰਗਾ ਝੰਡਾ ਲਹਿਰਾਵਾਂਗਾ।
ਤੇਰੇ ਵਿੱਚ ਦਮ ਹੋਇਆ, ਤੇਰੀ ਔਕਾਤ ਨਹੀਂ ਹੈਗੀ ਵੈਸੇ ਇਹ ਗੱਲਾਂ ਦੀ, ਕਿਉਂਕਿ ਤੂੰ ਏਜੰਸੀਆਂ ਦਾ ਬੰਦਾ ਵਾ। ਏਜੰਸੀਆਂ ਦੇ ਪਿੱਛੇ ਲੱਗ ਕੇ ਤੂੰ ਸਿੱਖ ਕੌਮ ਦਾ ਜਿਹੜਾ ਨਾਮ ਆ ਉਹ ਮਿੱਟੀ 'ਚ ਮਲਾਈ ਜਾ ਰਿਹਾ ਵਾ। ਪੰਜ ਦਰਿਆ ਦੀ ਰਾਣੀ